हाँ जी विद्यार्थियों, तो हुण हैगा वा क्लास 9th ਦਾ ਕੰਪਿਊਟਰ ਦਾ ਪੇਪਰ ਕੱਲ ਯਾਨੀ ਕਿ 16 ਜਨਵਰੀ ਨੂੰ। ਤਾਂ ਸਾਡੇ ਕੋਲ ਇਹ ਇੱਕ ਕੁਐਸਚਨ ਪੇਪਰ ਆ ਪ੍ਰੀ ਬੋਰਡ ਐਗਜ਼ਾਮ 2024 ਦਾ। ਅਸੀਂ ਇਸ ਨੂੰ ਫੁੱਲ ਸੋਲਵ ਕਰ ਲਿਆ ਵਾ, ਠੀਕ ਹੈ ਜੀ। ਤੇ ਹੁਣ ਚਲੋ ਤੁਹਾਡੀ ਜਿਹੜੀ ਹੈਗੀ ਆ ਅਸੀਂ ਚੰਗੀ ਤਰ੍ਹਾਂ ਜਿਹੜੀ ਹੈਗੀ ਇਸ ਦੀ ਤਿਆਰੀ करा देने। तो वेरी इंपॉर्टेंट ये प्रश्न उत्तर ने, ठीक है जी। देख सकते हो दोस्तों, ठीक है। क्लास 9th क्वेश्चन पेपर प्री बोर्ड एग्जाम कंप्यूटर का 50 नंबर का पेपर आएगा, 2 घंटे का समा मिलेगा। तो चलो शुरू करते हैं। पार्ट ए है। सब तो पहला देख लो प्रश्न की है, मल्टीपल चॉइस क्वेश्चन। पहला प्रश्न कि डैश एक इंडियन डिजिटलाइजेशन ऑनलाइन सर्विस है जो भारत सरकार ਦੇ ਜਿਹੜੇ ਹੈਗੇ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੁਆਰਾ ਜਿਹੜਾ ਹੈਗਾ ਵਾ ਡਿਜੀਟਲ ਇੰਡੀਆ ਪਹਿਲ ਇਨੀਸ਼ੀਏਟਿਵ ਦੇ ਤਹਿਤ ਪ੍ਰਦਾਨ ਕੀਤੀ ਗਈ ਹੈ, ਠੀਕ ਹੈ। ਤੇ ਇੰਗਲਿਸ਼ ਦੇ ਵਿੱਚ ਵੀ ਲਿਖਿਆ ਹੋਇਆ ਵਾ, ਇੰਗਲਿਸ਼ ਦੇ ਵਿੱਚ ਵੀ ਤੁਸੀਂ ਇਸ ਨੂੰ ਰੀਡ ਕਰ ਸਕਦੇ ਹੋ, ਠੀਕ ਹੈ ਜੀ। ਤਾਂ ਆਨਸਰ ਇਹਦਾ ਦੇਖਦੇ ਆ। ਆਨਸਰ ਆਏਗਾ ਦੋਸਤੋ ਪਹਿਲੇ ਦਾ ਕੀ ਆ ਜਾਏਗਾ, ਡੀਜੀ ਲੋਕਰ ਊੜਾ ਆਪਸ਼ਨ, ਠੀਕ ਹੈ ਜੀ। ਡੀਜੀ ਲੋਕਰ ਯਾਨੀ ਕਿ ਊੜਾ ਆਪਸ਼ਨ ਤੁਹਾਡਾ ਕਰੈਕਟ ਹੋ ਜਾਏਗਾ। ਅੱਗੇ ਹੈ ਦੋਸਤੋ ਦੂਸਰਾ ਪ੍ਰਸ਼ਨ, ਇਹਨਾਂ ਵਿੱਚੋਂ ਕਿਹੜਾ MS ਐਕਸਲ ਵਿੱਚ ਮੌਜੂਦ ਵਿਊ ਨਹੀਂ ਹੈ। ਤਾਂ ਦੋਸਤੋ ਇਸ ਦਾ ਆਨਸਰ ਤੁਸੀਂ ਦੇਖ ਸਕਦੇ ਹੋ, ਪੰਜਾਬੀ ਦੇ ਵਿੱਚ ਵੀ ਦੇਖਾਂਗੇ ਆਪਾਂ, ਇੰਗਲਿਸ਼ ਦੇ ਵਿੱਚ ਵੀ ਦੇਖਾਂਗੇ, ਦੋਨੋਂ ਹੀ ਮੀਡੀਅਮ ਦੇ ਵਿੱਚ। ਉਪਰੋਕਤ ਵਿੱਚ ਕੋਈ ਨਹੀਂ, ਯਾਨੀ ਕਿ ਨਨ ਆਫ ਦਿਸ। ਸੱਸਾ ਆਪਸ਼ਨ ਤੁਸੀਂ ਜਿਹੜਾ ਹੈਗਾ ਵਾ ਟਿਕ ਲਾਉਣਾ ਵਾ ਇੱਥੇ, ਠੀਕ ਹੈ ਜੀ। ਉਪਰੋਕਤ ਵਿੱਚ ਕੋਈ ਨਹੀਂ। ਅੱਗੇ ਪ੍ਰਸ਼ਨ ਆਪਣਾ ਦੇਖੋ ਤੀਸਰਾ, ਹਰੇਕ ਨਵੀਂ ਬਣਾਈ ਗਈ ਵਰਕਬੁੱਕ ਵਿੱਚ ਪਹਿਲਾਂ ਤੋਂ ਬਣੀਆਂ ਡੈਸ਼ ਵਰਕਸ਼ੀਟਾਂ ਜਿਹੜੀ ਹੈਗੇ ਨੇ ਸ਼ਾਮਿਲ ਹੁੰਦੀਆਂ ਹਨ। ਤਾਂ ਇਸ ਦਾ ਆਨਸਰ ਆ ਜਾਏਗਾ ਦੋਸਤੋ ਕੀ ਆ ਜਾਏਗਾ, ਇਹਦਾ ਆ ਜਾਏਗਾ ਦੋਸਤੋ ਆਪਣਾ ਸੱਸਾ ਆਪਸ਼ਨ ਤਾਂ 3, ਠੀਕ ਹੈ। ਤਾਂ ਇੱਥੇ ਜਿਹੜਾ ਹੈਗਾ ਵਾ ਤੁਸੀਂ 3 ਲਾਉਣਾ ਵਾ ਇੱਥੇ, ਆਹ ਸੱਸਾ ਆਪਸ਼ਨ 3। ਤੇ ਇੰਗਲਿਸ਼ ਮੀਡੀਅਮ ਵਾਲੇ ਵੀ ਆਪਣਾ ਦੇਖ ਲੈਣ। ਉਸ ਤੋਂ ਬਾਅਦ ਆਪਣਾ ਪ੍ਰਸ਼ਨ ਹੈਗਾ ਵਾ ਦੇਖ ਲਓ ਚੌਥਾ ਪ੍ਰਸ਼ਨ ਕੀ ਹੈ, MS ਐਕਸਲ ਵਿੱਚ ਦਾ ਕਿਹੜਾ ਜਿਹੜਾ ਹੈਗਾ ਟੂਲ ਕਿਸੇ ਕਾਲਮ ਵਿੱਚ ਕੇਵਲ ਵਿਲੱਖਣ ਮੁੱਲ ਪਤਾ ਕਰਨ ਲਈ ਵਰਤਿਆ ਜਾਂਦਾ ਹੈ, ਠੀਕ ਹੈ ਜੀ। ਤਾਂ ਚੌਥੇ ਦਾ ਆਨਸਰ ਜਿਵੇਂ ਕਿ ਤੁਸੀਂ ਨੋਟ ਕਰ ਸਕਦੇ ਹੋ, ਚੌਥੇ ਦਾ ਆ ਜਾਏਗਾ ਦੋਸਤੋ ਆਪਣਾ ਰਿਮੂਵ ਡੁਪਲੀਕੇਟ। ਰਿਮੂਵ ਡੁਪਲੀਕੇਟ ਇੰਗਲਿਸ਼ ਦੇ ਵਿੱਚ ਵੀ ਸੱਸਾ ਆਪਸ਼ਨ। ਸੱਸਾ ਆਪਸ਼ਨ ਦੇਖ ਸਕਦੇ ਹੋ ਕਿ ਕੀ ਹੈ ਤੁਹਾਡਾ ਆ ਰਿਹਾ, ਤੁਹਾਡਾ ਸੱਸਾ ਆਪਸ਼ਨ ਰਿਮੂਵ ਡੁਪਲੀਕੇਟਸ, ਠੀਕ ਹੈ ਜੀ। ਤਾਂ ਇਹ ਤੁਹਾਡਾ ਜਿਹੜਾ ਹੈਗਾ ਰਾਈਟ ਆਨਸਰ ਹੋ ਜਾਏਗਾ। ਅੱਗੇ ਹੈ ਡੈਸ਼ ਵਰਕਸ਼ੀਟ ਡਾਟਾ ਅਤੇ ਪ੍ਰਿੰਟ ਕੀਤੇ ਜਾਣ ਵਾਲੇ ਪੇਜ ਦੇ ਕਿਨਾਰਿਆਂ ਦੇ ਵਿਚਕਾਰ ਦੀ ਖਾਲੀ ਥਾਂ ਹੁੰਦੀ ਹੈ, ਠੀਕ ਹੈ ਜੀ। ਤਾਂ ਇਹਦਾ ਆਨਸਰ ਕੀ ਆ ਜਾਏਗਾ, ਪੰਜਵੇਂ ਦਾ ਆਨਸਰ ਤੁਸੀਂ ਨੋਟ ਕਰ ਸਕਦੇ ਹੋ। ਪੰਜਵੇਂ ਦਾ ਆਨਸਰ ਜਿਹੜਾ ਹੈਗਾ ਵਾ ਉਹ ਆ ਜਾਏਗਾ ਮਾਰਜਨ, ਈਡੀ ਆਪਸ਼ਨ। ਈਡੀ ਆਪਸ਼ਨ ਦੇਖਦੇ ਹਾਂ ਤਾਂ ਈਡੀ ਆਪਸ਼ਨ ਦੇ ਵਿੱਚ ਬਿਲਕੁਲ ਦੋਸਤੋ ਮਾਰਜਨ ਪਿਆ ਹੈ, ਆ ਰਿਹਾ ਤੁਹਾਡਾ ਮਾਰਜਨ। ਅੱਗੇ ਹੈ ਛੇਵਾਂ ਪ੍ਰਸ਼ਨ, ਡੈਸ਼ ਤੋਂ ਭਾਵ ਹੈ ਉਹ ਆਮ ਨਿਯਮ ਅਤੇ ਨਿਰਦੇਸ਼ ਜੋ ਡਾਟਾਬੇਸ ਨੂੰ ਡਿਜ਼ਾਈਨ ਕਰਨ ਅਤੇ ਡਾਟਾਬੇਸ ਮੈਨੇਜਮੈਂਟ ਸਿਸਟਮ ਦੀ ਵਰਤੋਂ ਕਰਨ ਵਿੱਚ ਸਹਾਇਤਾ ਕਰਦੇ ਹਨ, ਠੀਕ ਹੈ। ਤਾਂ ਇਹਦਾ ਆਨਸਰ ਕੀ ਆ ਜਾਏਗਾ, ਇਹਦਾ ਆ ਜਾਏਗਾ ਦੋਸਤੋ ਪ੍ਰੋਸੀਜਰ, ਪ੍ਰੋਸੀਜਰਜ਼, ਠੀਕ ਹੈ ਜੀ। ਤਾਂ ਇਹਦਾ ਆਨਸਰ ਆ ਜਾਏਗਾ ਤੁਹਾਡਾ ਆੜਾ ਆਪਸ਼ਨ, ਪ੍ਰੋਸੀਜਰਸ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਹੈਗਾ ਤੁਸੀਂ ਆਹ ਵਾਲਾ ਟਿਕ ਲਾਉਣਾ ਵਾ, ਆੜਾ ਆਪਸ਼ਨ। ਅੱਗੇ ਹੈ ਦੋਸਤੋ ਫਿਲਿੰਗ ਦਾ ਬਲੈਂਕਸ, ਰਾਈਟ ਦਾ ਫੁੱਲ ਫਾਰਮਸ ਨੇ। ਤਾਂ ਦੇਖੋ ਡੈਸ਼ ਇੱਕ ਉਪਕਰਨ ਹੈ ਜੋ ਤੁਹਾਨੂੰ ਕਈ ਕੰਪਿਊਟਰਾਂ ਨੂੰ ਇੱਕ ਨੈਟਵਰਕ ਉਪਕਰਨ ਨਾਲ ਜੋੜਨ ਦੀ ਆਗਿਆ ਦਿੰਦਾ ਹੈ। ਤਾਂ ਦੋਸਤੋ ਜਿਹੜਾ ਹੈਗਾ ਵਾ ਹੱਬ, ਹੱਬ ਜਿਹੜਾ ਇੱਕ ਉਪਕਰਨ ਹੈ, ਯਾਨੀ ਕਿ ਇੰਗਲਿਸ਼ ਦੇ ਵਿੱਚ ਵੀ ਦੇਖ ਸਕਦੇ ਹੋ ਸਪੈਲਿੰਗ ਤੁਸੀਂ, ਤੇ ਪੰਜਾਬੀ ਦੇ ਵਿੱਚ ਵੀ। ਹੱਬ ਦੋਸਤੋ ਜਿਹੜਾ ਹੈਗਾ ਉਹ ਇੱਕ ਉਪਕਰਨ ਹੈ ਜੋ ਤੁਹਾਨੂੰ ਕੰਪਿਊਟਰਾਂ ਨੂੰ ਇੱਕ ਨੈਟਵਰਕ ਉਪਕਰਨ ਨਾਲ ਜੋੜਨ ਦੀ ਆਗਿਆ ਦਿੰਦਾ ਹੈ। ਦੂਸਰਾ ਪ੍ਰਸ਼ਨ, ਰਾਸ਼ਟਰੀ ਲੈਵਲ ਦੀ ਈ ਗਵਰਨੈਂਸ ਸੇਵਾ ਡੈਸ਼ ਸਰਕਾਰ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਠੀਕ ਹੈ। ਤਾਂ ਦੋਸਤੋ ਇਹਦਾ ਆਨਸਰ ਆ ਜਾਏਗਾ ਰਾਸ਼ਟਰੀ, ਜਾਂ ਫਿਰ ਇੰਗਲਿਸ਼ ਦੇ ਵਿੱਚ ਇਸ ਨੂੰ ਕਹਾਂਗੇ ਨੈਸ਼ਨਲ, ਠੀਕ ਹੈ ਜੀ। ਤਾਂ ਤੁਸੀਂ ਇੱਥੇ ਜਿਹੜਾ ਹੈਗਾ ਵਾ ਪੰਜਾਬੀ ਮੀਡੀਅਮ ਵਾਲੇ ਇੱਥੇ ਭਰੋਗੇ ਤੁਸੀਂ ਕੀ ਭਰੋਗੇ, ਰਾਸ਼ਟਰੀ, ਤੇ ਇੰਗਲਿਸ਼ ਮੀਡੀਅਮ ਵਾਲੇ ਇੱਥੇ ਭਰਨਗੇ ਨੈਸ਼ਨਲ। ਅੱਗੇ ਹੈ ਦੋਸਤੋ ਪੈਨ ਦਾ ਪੂਰਾ ਨਾਮ ਕੀ ਹੈ, ਠੀਕ ਹੈ ਜੀ। ਵਾਟ ਇਜ਼ ਦਾ ਫੁੱਲ ਫਾਰਮ ਆਫ ਪੈਨ। ਤਾਂ ਦੋਸਤੋ ਪੈਨ ਦਾ ਜਿਹੜਾ ਹੈਗਾ ਫੁੱਲ ਫਾਰਮ ਆ ਜਾਏਗਾ ਪੰਜਾਬੀ ਦੇ ਵਿੱਚ ਦੇਖੋ ਪਰਸਨਲ ਏਰੀਆ ਨੈਟਵਰਕ, ਤੇ ਇੰਗਲਿਸ਼ ਦੇ ਵਿੱਚ ਵੀ ਪਰਸਨਲ ਏਰੀਆ ਨੈਟਵਰਕ। ਅੱਗੇ ਹੈ ਦੋਸਤੋ ਆਪਣਾ G2E ਦਾ ਪੂਰਾ ਨਾਂ ਲਿਖੋ, ਵਟ ਇਜ਼ ਦਾ ਫੁੱਲ ਫਾਰਮ ਆਫ G2E। ਤਾਂ ਦੇਖ ਲਓ ਦੋਸਤੋ G2E ਦਾ ਆ ਜਾਏਗਾ ਗਵਰਨਮੈਂਟ ਟੂ ਐਮਪਲੋਈ, ਠੀਕ ਹੈ ਜੀ। ਗਵਰਨਮੈਂਟ ਟੂ ਐਮਪਲੋਈ, ਇੰਗਲਿਸ਼ ਦੇ ਵਿੱਚ ਵੀ ਗਵਰਨਮੈਂਟ ਟੂ ਐਮਪਲੋਈ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਅਗਲਾ ਹੈ ਦੋਸਤੋ ਆਪਣਾ G2G ਦਾ ਪੂਰਾ ਨਾਂ ਲਿਖੋ, ਯਾਨੀ ਕਿ ਵਟ ਇਜ਼ ਦਾ ਫੁੱਲ ਫਾਰਮ ਆਫ G2G। ਤਾਂ ਦੇਖੋ ਇਹਦਾ ਆ ਜਾਏਗਾ ਦੋਸਤੋ G2G ਦਾ ਆ ਜਾਏਗਾ ਆਪਣਾ ਗਵਰਨਮੈਂਟ ਟੂ ਗਵਰਨਮੈਂਟ, ਗਵਰਨਮੈਂਟ ਟੂ ਗਵਰਨਮੈਂਟ, ਇੰਗਲਿਸ਼ ਦੇ ਵਿੱਚ ਵੀ ਦੇਖ ਸਕਦੇ ਹੋ। ਅੱਗੇ ਦੋਸਤੋ ਆਪਣਾ ਪ੍ਰਸ਼ਨ ਦੇਖੋ ਕੀ ਹੈ ਤੁਹਾਡਾ, SQL ਦਾ ਪੂਰਾ ਨਾਂ ਲਿਖੋ, ਵਟ ਇਜ਼ ਦਾ ਫੁੱਲ ਫਾਰਮ ਆਫ SQL। ਤਾਂ ਦੇਖੋ ਕੀ ਹੈ, ਸਟਰਕਚਰਡ ਕਿਊਰੀ ਲੈਂਗੁਏਜ, ਸਟਰਕਚਰਡ ਕਿਊਰੀ ਲੈਂਗੁਏਜ, ਇੰਗਲਿਸ਼ ਤੇ ਪੰਜਾਬੀ ਦੋਨਾਂ ਦੇ ਵਿੱਚ ਆਹ ਦਿੱਤਾ ਹੋਇਆ ਵਾ। ਅੱਗੇ ਦੋਸਤੋ ਆਪਣਾ ਡੂ ਐਜ਼ ਗਿਵਨ ਬਿਲੋ ਆ, ਠੀਕ ਹੈ ਜੀ। ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਹੈ, ਅਸੀਂ ਨੈਟਵਰਕ ਉਪਕਰਨਾਂ ਵਿੱਚ ਹਾਰਡਵੇਅਰ ਜਾਂ ਫਿਰ ਸਾਫਟਵੇਅਰ ਨੂੰ ਸ਼ੇਅਰ ਨਹੀਂ ਕਰ ਸਕਦੇ, ਸਹੀ ਜਾਂ ਗਲਤ, ठीक है जी। इंग्लिश के भी दिता है वी कैंट शेयर हार्डवेयर और सॉफ्टवेयर अमंग नेटवर्क डिवाइस, ट्रू और फॉल्स।
ਤਾਂ ਇਹਦਾ ਆਨਸਰ ਜਿਹੜਾ ਹੈਗਾ ਵਾ ਤੁਹਾਡੇ ਸਾਹਮਣੇ ਹੈ। ਪਹਿਲੇ ਦਾ ਜਿਹੜਾ ਹੈਗਾ ਵਾ ਗਲਤ ਹੈ, ਯਾਨੀ ਕਿ ਫਾਲਸ। ਤਾਂ ਤੁਸੀਂ ਜਿਹੜਾ ਹੈਗਾ ਵਾ ਇਹ ਫਾਲਸ ਟਿਕ ਲਾਣਾ ਵਾ, ਯਾਨੀ ਕਿ ਗਲਤ, ਯਾਨੀ ਕਿ ਫਾਲਸ। ਅੱਗੇ ਸਪਾਈਵੇਅਰ ਈਮੇਲ ਰਾਹੀਂ ਧੋਖਾਧੜੀ ਕਰਨ ਦੀ ਇੱਕ ਵਿਧੀ ਹੈ ਜਿਸ ਵਿੱਚ ਧੋਖਾ ਕਰਨ ਵਾਲਾ ਵਿਅਕਤੀ ਨਿੱਜੀ ਅਤੇ ਵਿਅਕਤੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਵਿੱਚ ਜਾਇਜ਼ ਦਿਖਣ ਵਾਲੀ ਈਮੇਲ ਭੇਜਦਾ ਹੈ। ਸਹੀ ਜਾਂ ਗਲਤ? ਤਾਂ ਦੋਸਤੋ ਜਿਹੜਾ ਹੈਗਾ ਵਾ ਇਹ ਤੁਹਾਡਾ ਗਲਤ ਆ ਜਾਏਗਾ। ਇਹ ਜਿਹੜਾ ਹੈਗਾ ਤੁਹਾਡਾ ਫਾਲਸ ਹੈ। ਠੀਕ ਹੈ ਜੀ, ਤਾਂ ਇਹਦਾ ਜਿਹੜਾ ਹੈਗਾ ਤੁਸੀਂ ਫਾਲਸ ਟਿਕ ਲਾ ਲੈਣਾ। ਠੀਕ ਹੈ ਜੀ ਦੋਸਤੋ, ਤਾਂ ਤੁਸੀਂ ਇਹਦਾ ਗਲਤ ਟਿਕ ਲਾ ਲੈਣਾ ਵਾ, ਯਾਨੀ ਕਿ ਇਹ ਫਾਲਸ ਹੈ। ਅੱਗੇ ਤੀਸਰਾ ਪ੍ਰਸ਼ਨ, ਅਸੀਂ ਫਿਲ ਹੈਂਡਲ ਦੀ ਵਰਤੋਂ ਕਰਦੇ ਹੋਏ MS ਐਕਸਲ ਵਿੱਚ ਨੰਬਰ ਸੀਰੀਜ਼ ਭਰ ਸਕਦੇ ਹਾਂ। ਸਹੀ ਜਾਂ ਗਲਤ? ਤਾਂ ਤੀਸਰੇ ਦਾ ਜਿਹੜਾ ਹੈਗਾ ਤੁਹਾਡਾ ਜਿਹੜਾ ਹੈਗਾ ਬਿਲਕੁਲ ਸਹੀ ਹੋਏਗਾ, ਯਾਨੀ ਕਿ ਟਰੂ। ਤੁਸੀਂ ਜਿਹੜਾ ਹੈਗਾ ਇੱਥੇ ਟਰੂ ਆਪਸ਼ਨ ਟਿਕ ਲਾਉਣਾ ਵਾ। ਸੌਰੀ, ਇੱਥੇ ਆਪਣਾ ਜਿਹੜਾ ਹੈਗਾ ਸਹੀ ਤੇ ਇੱਥੇ ਆਪਣਾ ਟਰੂ। ਅੱਗੇ ਦੋਸਤੋ, ਕੰਡੀਸ਼ਨਲ ਫਾਰਮੈਟਿੰਗ MS ਐਕਸਲ ਦਾ ਇੱਕ ਟੂਲ ਕਮਾਂਡ ਹੈ ਜੋ ਮੂਲ ਦੇ ਆਧਾਰ ਤੇ ਸੈੱਲਾਂ ਦੀ ਰੇਂਜ ਵਿੱਚ ਫਾਰਮੈਟ ਲਾਗੂ ਕਰਨ ਲਈ ਵਰਤਿਆ ਜਾਂਦਾ ਹੈ। ਸਹੀ ਜਾਂ ਗਲਤ? ਤਾਂ ਦੋਸਤੋ ਇਹਦਾ ਜਿਹੜਾ ਹੈਗਾ ਤੁਹਾਡਾ ਬਿਲਕੁਲ ਜਿਹੜਾ ਹੈਗਾ ਸਹੀ ਆ ਜਾਏਗਾ, ਯਾਨੀ ਕਿ ਟਰੂ। ਠੀਕ ਹੈ ਜੀ, ਤਾਂ ਤੁਸੀਂ ਇੱਥੇ ਜਿਹੜਾ ਹੈਗਾ ਵਾ ਟਰੂ ਟਿਕ ਲਾ ਲੈਣਾ ਵਾ, ਸਹੀ ਯਾਨੀ ਕਿ ਟਰੂ। ਅੱਗੇ ਹੈ ਦੋਸਤੋ ਆਪਣਾ ਕਿ ਤੁਹਾਡਾ ਜਿਹੜਾ ਹੈਗਾ ਵਾ ਸਮ ਫੰਕਸ਼ਨ ਦੀ ਵਰਤੋਂ ਕਿਸੇ ਖਾਸ ਰੇਂਜ ਵਿੱਚ ਜੋੜ ਪਤਾ ਕਰਨ ਲਈ ਕੀਤੀ ਜਾਂਦੀ ਹੈ। ਸਹੀ ਜਾਂ ਗਲਤ? ਤਾਂ ਪੰਜਵੇਂ ਦਾ ਜਿਹੜਾ ਹੈਗਾ ਤੁਸੀਂ ਆਹ ਦੇਖ ਸਕਦੇ ਹੋ, ਪੰਜਵੇਂ ਦਾ ਵੀ ਜਿਹੜਾ ਹੈਗਾ ਵਾ ਇਹ ਤੁਹਾਡਾ ਸਹੀ ਆ ਜਾਏਗਾ, ਯਾਨੀ ਕਿ ਟਰੂ। ਅੱਗੇ ਹੈ ਦੋਸਤੋ ਆਪਣਾ ਅਗਲਾ ਪ੍ਰਸ਼ਨ, 6ਵਾਂ ਪ੍ਰਸ਼ਨ, ਮਾਰਜਨ ਇੱਕ ਪੇਜ ਦੇ ਉੱਪਰ ਹੇਠਾਂ ਖੱਬੇ ਸੱਜੇ ਤੇ ਆਪਣਾ ਹੈਡਰ ਅਤੇ ਫੁੱਟਰ ਤੇ ਹੋ ਸਕਦੀਆਂ ਹਨ। ਸਹੀ ਜਾਂ ਗਲਤ? ਤਾਂ ਇਹ ਵੀ ਜਿਹੜਾ ਹੈਗਾ ਆਪਣਾ ਦੋਸਤੋ ਸਹੀ ਹੈ, ਬਿਲਕੁਲ ਟਰੂ ਹੈ ਆਪਣਾ ਆਹ 6ਵਾਂ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਦੋਸਤੋ ਆਪਣਾ ਪੁੱਛਿਆ ਹੋਇਆ ਪ੍ਰਸ਼ਨ, MS ਐਕਸਲ ਵਿੱਚ ਕੋਈ ਜਿਹੜੀ ਹੈਗੀ ਆ ਪਹਿਲਾਂ ਬਣੀ ਫਾਈਲ ਖੋਲ੍ਹਣ ਲਈ ਸ਼ਾਰਟਕਟ ਕੀ ਲਿਖੋ, ਯਾਨੀ ਕਿ ਰਾਈਟ ਦਾ ਸ਼ਾਰਟਕਟ ਕੀ ਟੂ ਓਪਨ ਐਨ ਐਗਜ਼ਿਸਟਿੰਗ ਫਾਈਲ ਇਨ MS ਐਕਸਲ। ਤਾਂ ਇਹਦਾ ਆਨਸਰ ਦੋਸਤੋ ਜਿਹੜਾ ਹੈਗਾ ਵਾ ਤੁਸੀਂ ਪੰਜਾਬੀ ਮੀਡੀਅਮ ਤੇ ਇੰਗਲਿਸ਼ ਮੀਡੀਅਮ ਦੋਨੋਂ ਹੀ ਲਿਖੋਗੇ। ਕੰਟਰੋਲ ਪਲੱਸ ਹੈ ਦੋਸਤੋ ਤੇ O। ਠੀਕ ਹੈ ਜੀ, ਕੰਟਰੋਲ ਪਲੱਸ O। ਅੱਗੇ ਹੈ MS ਐਕਸਲ ਵਿੱਚ ਜਿਹੜਾ ਹੈਗਾ ਵਾ ਪੇਸਟ ਕਰਨ ਲਈ ਸ਼ਾਰਟਕਟ ਕੀ ਹੁੰਦੀ ਹੈ? ਤਾਂ ਰਾਈਟ ਦਾ ਸ਼ਾਰਟਕਟ ਕੀ ਟੂ ਪੇਸਟ ਕੰਟੈਂਟਸ ਇਨ MS ਐਕਸਲ। ਤਾਂ ਦੋਸਤੋ ਇਹ ਕੰਟਰੋਲ ਪਲੱਸ ਜਿਹੜੀ ਹੈਗੀ ਆ V ਹੁੰਦੀ ਹੈ, ਕੰਟਰੋਲ ਪਲੱਸ V ਨਾਲ ਜਿਹੜਾ ਹੈਗਾ ਵਾ ਪੇਸਟ ਹੁੰਦਾ ਹੈ। ਅੱਗੇ ਹੈ ਦੋਸਤੋ ਆਪਣਾ ਪ੍ਰਸ਼ਨ ਦੇਖੋ ਕੀ ਹੈ, ਇਹ ਹੋ ਗਿਆ ਹੁਣ ਹੈਗਾ ਪਾਰਟ B। ਠੀਕ ਹੈ, ਤੇ ਸ਼ਾਰਟ ਆਨਸਰ ਟਾਈਪ ਕੁਐਸਚਨ ਨੇ। ਚੌਥਾ ਪ੍ਰਸ਼ਨ ਦੇਖੋ, ਕਿਸੇ ਵੀ 4 ਨੈਟਵਰਕ ਟੋਪੋਲੋਜੀਆਂ ਦੇ ਨਾਂ ਲਿਖੋ। ਰਾਈਟ ਦਾ ਨੇਮਸ ਆਫ 4 ਨੈਟਵਰਕ ਟੋਪੋਲੋਜੀਜ਼। ਠੀਕ ਹੈ ਜੀ, ਤਾਂ ਦੇਖੋ ਦੋਸਤੋ ਆਨਸਰ ਕੀ ਹੈ, ਕਿਸੇ ਵੀ 4 ਨੈਟਵਰਕ ਟੋਪੋਲੋਜੀਜ਼ ਦਾ ਨਾਂ ਲਿਖੋ। ਸਭ ਤੋਂ ਪਹਿਲਾਂ ਹੈਗਾ ਦੋਸਤੋ ਬਸ ਟੋਪੋਲੋਜੀ, ਰਿੰਗ ਟੋਪੋਲੋਜੀ, ਸਟਾਰ ਟੋਪੋਲੋਜੀ, ਮੈਸ਼ ਟੋਪੋਲੋਜੀ, ਟਰੀ ਟੋਪੋਲੋਜੀ, ਹਾਈਬ੍ਰਿਡ ਟੋਪੋਲੋਜੀ। ਇਸੇ ਤਰ੍ਹਾਂ ਦੋਸਤੋ ਇੰਗਲਿਸ਼ ਮੀਡੀਅਮ ਵਾਲੇ ਆਪਣਾ ਆਨਸਰ ਇਸ ਨੂੰ ਨੋਟ ਕਰ ਸਕਦੇ ਆ, ਤੁਸੀਂ ਇਸ ਨੂੰ ਰੀਡ ਕਰ ਲਓ। ਆਹ ਇੰਗਲਿਸ਼ ਮੀਡੀਅਮ ਦਾ ਆਨਸਰ ਆ। ਠੀਕ ਹੈ ਜੀ, ਉਹੀ ਸੇਮ ਪ੍ਰਸ਼ਨ ਦਾ। ਅੱਗੇ ਦੋਸਤੋ ਆਪਣਾ ਪ੍ਰਸ਼ਨ, MS ਐਕਸਲ ਨੂੰ ਪਰਿਭਾਸ਼ਿਤ ਕਰੋ। MS ਐਕਸਲ ਨੂੰ ਪਰਿਭਾਸ਼ਿਤ ਕਰੋ। ਤਾਂ ਦੇਖੋ ਕੀ ਹੈ, MS ਐਕਸਲ ਜਿਹੜਾ ਹੈਗਾ ਦੋਸਤੋ ਉਹ ਮਾਈਕਰੋਸੌਫਟ ਐਕਸਲ ਦੀ ਇੱਕ ਸਪਰੈਡਸ਼ੀਟ ਪ੍ਰੋਗਰਾਮ ਹੈ। ਠੀਕ ਹੈ ਜੀ, ਜੋ ਮਾਈਕਰੋਸੌਫਟ ਕੰਪਨੀ ਦੁਆਰਾ ਜਿਹੜਾ ਹੈਗਾ ਵਾ ਤਿਆਰ ਕੀਤਾ ਗਿਆ ਹੈ। ਉਸ ਤੋਂ ਬਾਅਦ ਦੋਸਤੋ ਇਹ ਜਿਹੜਾ ਹੈਗਾ ਵਾ ਮਾਈਕਰੋਸੌਫਟ ਆਫਿਸ ਦਾ ਇੱਕ ਭਾਗ ਹੈ। ਇਸ ਦੀ ਵਰਤੋਂ ਡਾਟਾ ਨੂੰ ਰੋਜ਼ ਅਤੇ ਕਾਲਮਾਂ ਵਿੱਚ ਵਿਵਸਥਿਤ ਕਰਨ ਅਤੇ ਗਣਿਤਕ ਗਣਨਾਵਾਂ ਕਰਨ ਲਈ ਕੀਤੀ ਜਾਂਦੀ ਹੈ। ਅਸੀਂ ਚਾਰਟ ਅਤੇ ਜਿਹੜਾ ਹੈਗਾ ਵਾ ਗ੍ਰਾਫਸ ਦੀ ਵਰਤੋਂ ਕਰਕੇ ਡਾਟਾ ਨੂੰ ਗ੍ਰਾਫਿਕਲ ਰੂਪ ਵਿੱਚ ਦਰਸਾ ਸਕਦੇ ਹਾਂ। ਠੀਕ ਹੈ, ਐਕਸਲ ਵਿੱਚ ਬਣਾਈਆਂ ਗਈਆਂ ਫਾਈਲਾਂ ਨੂੰ ਵਰਕਬੁੱਕ ਕਿਹਾ ਜਾਂਦਾ ਹੈ ਤੇ ਉਹਨਾਂ ਨੂੰ ਜਿਹੜਾ ਹੈਗਾ .xls ਜਾਂ ਫਿਰ ਦੋਸਤੋ .xlsx ਐਕਸਟੈਂਸ਼ਨ ਨਾਲ ਸੇਵ ਕੀਤਾ ਜਾਂਦਾ ਹੈ। ਤੇ ਇਹੀ ਪ੍ਰਸ਼ਨ ਨੂੰ ਦੋਸਤੋ ਤੁਸੀਂ ਡਿਫਾਈਨ MS ਐਕਸਲ, ਆਹ ਤੁਸੀਂ ਇਸ ਨੂੰ ਰੀਡ ਕਰ ਸਕਦੇ ਹੋ। ਇੰਗਲਿਸ਼ ਮੀਡੀਅਮ ਵਾਲਿਆਂ ਦਾ ਇਹ ਆਨਸਰ ਆ, ਤੁਸੀਂ ਇਸ ਨੂੰ ਖੁਦ ਹੀ ਰੀਡ ਕਰਨਾ ਵਾ। ਆਹੀ ਤੁਹਾਡਾ ਜਿਹੜਾ ਹੈਗਾ ਵਾ ਪ੍ਰਸ਼ਨ ਸੀਗਾ ਕਿ ਡਿਫਾਈਨ MS ਐਕਸਲ। ਅੱਗੇ ਦੋਸਤੋ ਪ੍ਰਸ਼ਨ 6ਵਾਂ, ਅਲਾਈਨਮੈਂਟ ਅਤੇ ਇਸ ਦੀਆਂ ਕਿਸਮਾਂ ਦੀ ਵਿਆਖਿਆ ਕਰੋ। ਡਿਫਾਈਨ ਅਲਾਈਨਮੈਂਟ, ਇਟਸ ਟਾਈਪ। ਤਾਂ ਦੇਖੋ ਦੋਸਤੋ ਅਲਾਈਨਮੈਂਟ ਆ ਰਿਹਾ ਦੋਸਤੋ। ਅਲਾਈਨਮੈਂਟ ਜਿਹੜਾ ਹੈਗਾ ਦੋਸਤੋ ਸੈੱਲਾਂ ਦਾ ਇੱਕ ਇਹ ਫਾਰਮੈਟਿੰਗ ਸਟਾਈਲ ਹੈ। ਇਸ ਦੀ ਵਰਤੋਂ ਇਹ ਦੱਸਣ ਲਈ ਕੀਤੀ ਜਾਂਦੀ ਹੈ ਕਿ ਟੈਕਸਟ ਨੂੰ ਸੈੱਲ ਵਿੱਚ ਕਿਵੇਂ ਰੱਖਿਆ ਜਾਂਦਾ ਹੈ। ਸੈੱਲ ਦੇ ਟੈਕਸਟ ਨੂੰ ਲੇਟਵੀਂ ਅਤੇ ਖੜਵੀਂ ਦਿਸ਼ਾ ਵਿੱਚ ਜਿਹੜਾ ਹੈਗਾ ਅਲਾਈਨ ਕੀਤਾ ਜਾ ਸਕਦਾ ਹੈ। ਐਕਸਲ ਦੇ ਹੋਮ ਟੈਬ ਵਿੱਚ ਅਲਾਈਨਮੈਂਟ ਸੰਬੰਧੀ ਆਪਸ਼ਨਾਂ ਉਪਲਬਧ ਹਨ। ਇੱਕ ਸੈੱਲ ਵਿੱਚ ਡਾਟਾ ਨੂੰ ਲੇਟਵੀਂ ਦਿਸ਼ਾ ਵਿੱਚ ਅਲਾਈਨ ਕਰਨ ਲਈ ਅਸੀਂ ਲੈਫਟ ਅਲਾਈਨ, ਸੈਂਟਰ ਅਲਾਈਨ ਅਤੇ ਰਾਈਟ ਅਲਾਈਨ ਆਪਸ਼ਨਾਂ ਦੀ ਵਰਤੋਂ ਕਰ ਸਕਦੇ ਹਾਂ, ਜਦੋਂ ਕਿ ਖੜਵੀਂ ਅਲਾਈਨਮੈਂਟ ਲਈ ਅਸੀਂ ਟਾਪ, ਮਿਡਲ ਅਤੇ ਬਾਟਮ ਅਲਾਈਨ ਆਪਸ਼ਨਾਂ ਦੀ ਵਰਤੋਂ ਕਰ ਸਕਦੇ ਹਾਂ। ਠੀਕ ਹੈ ਜੀ, ਤਾਂ ਇਹ ਤੁਹਾਡਾ ਆਨਸਰ ਹੋ ਗਿਆ। ਇਸੇ ਤਰ੍ਹਾਂ ਦੋਸਤੋ ਆਹ ਜਿਹੜਾ ਹੈਗਾ ਵਾ ਇੰਗਲਿਸ਼ ਮੀਡੀਅਮ ਵਾਲੇ ਆਪਣਾ ਦੇਖ ਲੈਣ, ਡਿਫਾਈਨ ਅਲਾਈਨਮੈਂਟ, ਇਟਸ ਟਾਈਪ। ਇਹ ਤੁਹਾਡਾ ਜਿਹੜਾ ਹੈਗਾ ਵਾ ਇੰਗਲਿਸ਼ ਮੀਡੀਅਮ ਦਾ ਆਨਸਰ ਹੈ। ਅੱਗੇ ਹੈ ਦੋਸਤੋ ਆਪਣਾ ਪ੍ਰਸ਼ਨ, ਠੀਕ ਹੈ, ਕਿ ਬਈ ਚਾਰਟਸ ਕੀ ਹੁੰਦੇ ਹਨ। ਚਾਰਟਸ ਜਿਹੜੇ ਹੈਗੇ ਕੀ ਹੁੰਦੇ ਹਨ, ਵਾਟ ਆਰ ਚਾਰਟਸ।
ਤਾਂ ਆਨਸਰ ਦੇਖੋ ਇਹਦਾ ਦੋਸਤੋ ਜਿਹੜਾ ਹੈਗਾ ਵਾ ਨਾ ਚਾਰਟ, ਠੀਕ ਹੈ। ਚਾਰਟ ਐਕਸਲ ਦੀ ਇੱਕ ਨਾ ਮਹੱਤਵਪੂਰਨ ਵਿਸ਼ੇਸ਼ਤਾ ਹੈ। ਡਾਟਾ ਨੂੰ ਗ੍ਰਾਫਿਕ ਰੂਪ ਵਿੱਚ ਦਰਸਾਉਣ ਲਈ ਚਾਰਟ ਦੀ ਵਰਤੋਂ ਕੀਤੀ ਜਾਂਦੀ ਹੈ। ਡਾਟਾ ਨੂੰ ਵਧੀਆ ਤਰੀਕੇ ਨਾਲ ਸਮਝਣ ਲਈ ਚਾਰਟ ਬਹੁਤ ਲਾਭਦਾਇਕ ਹੁੰਦੇ ਹਨ। ਮੁੱਲਾਂ ਦੀ ਤੁਲਨਾ ਕਰਨ ਲਈ ਜਾਂ ਡਾਟਾ ਵਿੱਚ ਰੁਝਾਨ ਦਿਖਾਉਣ ਲਈ ਚਾਰਟ ਸਭ ਤੋਂ ਵਧੀਆ ਤਰੀਕੇ ਹੁੰਦੇ ਹਨ। ਅਸੀਂ ਐਕਸਲ ਵਿੱਚ ਕਈ ਤਰ੍ਹਾਂ ਦੇ ਚਾਰਟ ਬਣਾ ਸਕਦੇ ਹਾਂ, ਜਿਵੇਂ ਕਿ ਚਾਰਟ, ਕਾਲਮ ਚਾਰਟ, ਲਾਈਨ ਚਾਰਟ, ਬਾਰ ਚਾਰਟ, ਏਰੀਆ ਚਾਰਟ। ਆਹੀ ਪ੍ਰਸ਼ਨ ਦਾ ਆਨਸਰ ਤੁਸੀਂ ਇੰਗਲਿਸ਼ ਮੀਡੀਅਮ ਵਾਲੇ ਦੇਖ ਲਓ, ਵਾਟ ਆਰ ਚਾਰਟਸ। ਆਹ ਤੁਹਾਡਾ ਆਨਸਰ ਦਿੱਤਾ ਹੋਇਆ ਹੈ। ਅਗਲਾ ਹੁਣ ਆਪਣਾ ਪ੍ਰਸ਼ਨ ਕੀ ਹੈ ਦੋਸਤੋ, ਇੱਥੇ ਦੇਖ ਸਕਦੇ ਹੋ। ਹਾਂਜੀ, ਹੁਣ ਹੈਗਾ ਵਾ ਦੋਸਤੋ ਆਪਣਾ ਪ੍ਰਸ਼ਨ, ਆਹ ਤੁਹਾਡਾ ਕੁਐਸਚਨ ਪੇਪਰ ਦੇ ਅਕੋਰਡਿੰਗ ਦੇਖੋ, ਡਿਫਾਈਨ यानी कि डिफाइन फार्मूला, यानी कि फार्मूले ਨੂੰ ਪ੍ਰਭਾਸ਼ਿਤ ਕਰੋ। ਫਾਰਮੂਲੇ ਨੂੰ ਪ੍ਰਭਾਸ਼ਿਤ ਕਰੋ। ਤਾਂ ਦੇਖੋ ਦੋਸਤੋ ਕਰਦੇ ਹਾਂ। ਫਾਰਮੂਲਾ ਇੱਕ ਦੋਸਤੋ ਸਮੀਕਰਨ ਹੁੰਦੀ ਹੈ ਜੋ ਮੁੱਲਾਂ ਤੇ ਕੰਮ ਕਰਦੀ ਹੈ। ਇਹਨਾਂ ਸਮੀਕਰਨਾਂ ਵਿੱਚ ਸਥਿਰ ਮੁੱਲ, ਸੈੱਲ ਐਡਰੈਸ ਅਤੇ ਆਪਰੇਟਰ ਜਿਹੜੇ ਹੈਗੇ ਸ਼ਾਮਿਲ ਹੁੰਦੇ ਹਨ। ਐਕਸਲ ਵਿੱਚ ਸੰਖਿਆਤਮਕ ਡਾਟਾ ਤੇ ਗਣਨਾ ਕਰਨ ਲਈ ਫਾਰਮੂਲੇ ਵਰਤੇ ਜਾਂਦੇ ਹਨ। ਹਰੇਕ ਫਾਰਮੂਲਾ ਬਰਾਬਰ ਚਿੰਨ੍ਹ ਨਾਲ ਸ਼ੁਰੂ ਹੁੰਦਾ ਹੈ। ਵੱਖ-ਵੱਖ ਕਿਸਮਾਂ ਦੀਆਂ ਗਣਨਾਵਾਂ ਕਰਨ ਲਈ ਫਾਰਮੂਲੇ ਵਿੱਚ ਜਿਹੜਾ ਹੈਗਾ ਸਟੈਂਡਰਡ ਆਪਰੇਟਰ ਆਦਿ ਵਰਤੇ ਜਾ ਸਕਦੇ ਹਨ। ਤਾਂ ਇਹ ਤੁਹਾਡਾ ਜਿਹੜਾ ਹੈਗਾ ਰਾਈਟ ਆਨਸਰ ਹੋ ਜਾਏਗਾ। ਇਸੇ ਤਰ੍ਹਾਂ ਦੋਸਤੋ ਇੰਗਲਿਸ਼ ਮੀਡੀਅਮ ਵਾਲੇ ਦੇਖ ਲੈਣ, ਆ ਫਾਰਮੂਲਾ ਡਿਫਾਈਨ ਫਾਰਮੂਲਾ ਦਾ ਆਨਸਰ ਹੈ ਤੁਹਾਡਾ, ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ। ਆਹ ਤੁਹਾਡਾ ਜਿਹੜਾ ਹੈਗਾ ਰਾਈਟ ਆਨਸਰ ਹੋ ਗਿਆ ਡਿਫਾਈਨ ਫਾਰਮੂਲੇ ਦਾ। ਅੱਗੇ ਦੋਸਤੋ ਕਿਸੇ ਵੀ ਜਿਹੜਾ ਹੈਗਾ ਵਾ 3 ਗਣਿਤਕ ਫੰਕਸ਼ਨ ਦਾ ਨਾਂ ਦੱਸੋ, ਯਾਨੀ ਕਿ ਦੋਸਤੋ ਜਿਹੜਾ ਹੈਗਾ ਵਾ ਗਿਵ ਦਾ ਨੇਮ ਆਫ ਐਨੀ 3 ਮੈਥਮੈਟੀਕਲ ਫੰਕਸ਼ਨ। ਤਾਂ ਚਲੋ ਦੇਖਦੇ ਹਾਂ ਦੋਸਤੋ। ਆ ਰਿਹਾ ਦੋਸਤੋ, ਕੁਝ ਮਹੱਤਵਪੂਰਨ ਗਣਿਤਕ ਫੰਕਸ਼ਨ ਹੇਠ ਲਿਖੇ ਦਿੱਤੇ ਹੋਏ ਹਨ, ਜਿਵੇਂ ਕਿ ਸਮ, ਕਾਊਂਟ, ਐਵਰੇਜ, ਮਿਨ ਤੇ ਮੈਕਸ। ਠੀਕ ਹੈ ਜੀ, ਤਾਂ ਤੁਸੀਂ ਇਸ ਨੂੰ ਪੰਜਾਬੀ ਦੇ ਵਿੱਚ ਵੀ ਦੇਖ ਲਿਆ, ਤਾਂ ਹੁਣ ਦੋਸਤੋ ਇੰਗਲਿਸ਼ ਦੇ ਵਿੱਚ ਵੀ ਦੇਖ ਲਓ। ਠੀਕ ਹੈ ਜੀ, ਤਾਂ ਆਹ ਤੁਹਾਡਾ ਜਿਹੜਾ ਹੈਗਾ ਇੰਗਲਿਸ਼ ਤੇ ਪੰਜਾਬੀ ਮੀਡੀਅਮ ਦੇ ਵਿੱਚ ਸੇਮ ਹੀ ਆ, ਕਿਉਂਕਿ ਤੁਸੀਂ ਇਸ ਤਰ੍ਹਾਂ ਹੀ ਲਿਖ ਦੇਣਾ ਵਾ। ਇੰਗਲਿਸ਼ ਮੀਡੀਅਮ ਨੇ ਤੇ ਪੰਜਾਬੀ ਮੀਡੀਅਮ ਨੇ ਵੀ ਆਨਸਰ ਜਿਵੇਂ ਹੀ ਬਿਲਕੁਲ ਸੇਮ ਹੈ। ਠੀਕ ਹੈ ਜੀ, ਅੱਗੇ ਹੈ ਦੋਸਤੋ ਆਪਣਾ, ਕਿਉਂਕਿ ਪ੍ਰਸ਼ਨ ਸੇਮ ਹੈ ਤਾਂ ਆਨਸਰ ਵੀ ਤਾਂ ਸੇਮ ਹੀ ਹੋਏਗਾ। ਅੱਗੇ ਹੈ ਦੋਸਤੋ ਆਪਣਾ MS ਐਕਸਲ ਦੇ ਵਿਊਜ਼ ਦੇ ਨਾਂ ਲਿਖੋ। MS ਐਕਸਲ ਦੇ ਜਿਹੜੇ ਹੈਗੇ ਆ ਵਿਊਜ਼ ਦੇ ਨਾਮ, ਤਾਂ ਦੇਖੋ ਸਭ ਤੋਂ ਪਹਿਲਾਂ ਕੀ ਹੈ, ਨਾਰਮਲ ਵਿਊ। ਦੂਸਰਾ ਹੈਗਾ ਦੋਸਤੋ ਪੇਜ ਲੇਆਊਟ ਵਿਊ। तीसरा है दोस्तों पेज ब्रेक प्रीव्यू। अगे है दोस्तों चौथा कस्टम व्यू। पंजवा है दोस्तों फुल स्क्रीन व्यू। इसी तरह दोस्तों इंग्लिश मीडियम वाले अपना देख लें, नॉर्मल व्यू, पेज लेआउट व्यू, पेज ब्रेक व्यू, कस्टम व्यूज़ ते फुल स्क्रीन और व्यू। आह तुहाडा आंसर हो गया। अगे दोस्तों DBMS बारे तुसी की जानते हो, वट डू यू नो अबाउट DBMS। ਤਾਂ ਦੇਖੋ ਆਨਸਰ ਕੀ ਹੈ ਦੋਸਤੋ, DBMS ਦਾ ਅਰਥ ਹੈ ਡਾਟਾਬੇਸ ਮੈਨੇਜਮੈਂਟ ਸਿਸਟਮ। ਫਾਈਲ ਪ੍ਰੋਸੈਸਿੰਗ ਸਿਸਟਮ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਦੋਸਤੋ ਡਾਟਾਬੇਸ ਮੈਨੇਜਮੈਂਟ ਸਿਸਟਮ DBS ਨਾਮ ਦਾ ਇੱਕ ਜਿਹੜਾ ਹੈਗਾ ਨਵਾਂ ਸਿਸਟਮ ਤਿਆਰ ਕੀਤਾ ਗਿਆ ਸੀ। DBMS ਇੱਕ ਸਿਸਟਮ ਸੌਫਟਵੇਅਰ ਹੈ। ਇਹ ਸਾਨੂੰ ਡਾਟਾਬੇਸ ਦੇ ਡਾਟਾ ਨੂੰ ਬਣਾਉਣ, ਮੁੜ ਪ੍ਰਾਪਤ ਕਰਨ, ਅਪਡੇਟ ਕਰਨ ਅਤੇ ਜਿਹੜਾ ਹੈਗਾ ਪ੍ਰਬੰਧਿਤ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ। ਸਧਾਰਨ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ DBMS ਇੱਕ ਜਿਹੜਾ ਹੈਗਾ ਸਾਫਟਵੇਅਰ ਲੇਅਰ ਹੈ ਜੋ ਯੂਜ਼ਰ ਅਤੇ ਡਾਟਾਬੇਸ ਵਿਚਕਾਰ ਇੱਕ ਇੰਟਰਫੇਸ ਪ੍ਰਦਾਨ ਕਰਦੀ ਹੈ। ਤਾਂ ਇਸੇ ਤਰ੍ਹਾਂ ਦੋਸਤੋ ਇੰਗਲਿਸ਼ ਮੀਡੀਅਮ ਵਾਲੇ ਆਪਣਾ ਦੇਖ ਲੈਣ, ਵਟ ਡੂ ਯੂ ਨੋ ਅਬਾਊਟ DBMS। ਇੰਗਲਿਸ਼ ਮੀਡੀਅਮ ਦਾ ਇਹ ਆਨਸਰ ਹੈ। ਅੱਗੇ ਦੋਸਤੋ ਪਾਰਟ C ਆ, ਲੌਂਗ ਆਨਸਰ ਟਾਈਪ ਕੁਐਸਚਨ ਨੇ। ਗੂਗਲ ਐਪਸ ਕੀ ਹਨ, ਕਿਸੇ ਵੀ 2 ਗੂਗਲ ਐਪਸ ਦਾ ਵਰਣਨ ਕਰੋ। ਗੂਗਲ ਐਪਸ, ਤਾਂ ਦੇਖਦੇ ਹਾਂ ਦੋਸਤੋ ਗੂਗਲ ਐਪਸ, ਤਾਂ ਦੇਖੋ ਕੀ ਹੈ, ਗੂਗਲ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਵੈਬ ਆਧਾਰਿਤ ਐਪਲੀਕੇਸ਼ਨਾਂ ਦੇ ਜਿਹੜੇ ਹੈਗੇ ਸਮੂਹ ਨੂੰ ਗੂਗਲ ਐਪਸ ਕਿਹਾ ਜਾਂਦਾ ਹੈ। ਇਹਨਾਂ ਐਪਸ ਦੀ ਵਰਤੋਂ ਕਰਨ ਲਈ ਸਾਡੇ ਕੋਲ ਇੱਕ ਗੂਗਲ ਅਕਾਊਂਟ ਹੋਣਾ ਚਾਹੀਦਾ ਹੈ। ਜੀਮੇਲ, ਕੈਲੰਡਰ, ਐਪਸ, ਮੈਪਸ ਆਦਿ ਕੁਝ ਮਹੱਤਵਪੂਰਨ ਗੂਗਲ ਐਪਸ ਹਨ। ਜੀਮੇਲ ਤਾਂ ਦੇਖੋ ਇਸ ਐਪ ਦੀ ਵਰਤੋਂ ਈਮੇਲ ਭੇਜਣ ਅਤੇ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਇਸ ਐਪ ਦੀ ਵਰਤੋਂ ਅਸੀਂ ਕਰਕੇ ਕਿਸੇ ਵੀ ਵਿਅਕਤੀ ਨੂੰ ਮੋਬਾਈਲ ਜਾਂ ਫਿਰ ਕੰਪਿਊਟਰ 'ਤੇ ਸੁਨੇਹਾ ਭੇਜ ਸਕਦੇ ਹਾਂ। ਦੂਸਰਾ ਹੈਗਾ ਗੂਗਲ ਡਰਾਈਵ। ਇਹ ਗੂਗਲ ਐਪ ਸਾਨੂੰ ਜਿਹੜਾ ਹੈਗਾ ਫਾਈਲਾਂ ਨੂੰ ਆਨਲਾਈਨ ਸਟੋਰ ਕਰਨ ਅਤੇ ਸ਼ੇਅਰ ਕਰਨ ਦੀ ਇਜਾਜ਼ਤ ਦਿੰਦਾ ਹੈ। ਡਾਟਾ ਸਟੋਰ ਕਰਨ ਲਈ ਗੂਗਲ ਹਰੇਕ ਅਕਾਊਂਟ ਨੂੰ ਜਿਹੜਾ ਹੈਗਾ 15 GB ਸਟੋਰੇਜ ਪ੍ਰਦਾਨ ਕਰਦਾ ਹੈ। ਤਾਂ ਆਹੀ ਪ੍ਰਸ਼ਨ ਦੋਸਤੋ ਇੰਗਲਿਸ਼ ਮੀਡੀਅਮ ਵਾਲੇ ਆਪਣਾ ਰੀਡ ਕਰ ਲਓ, ਵਾਟ ਆਰ ਗੂਗਲ ਐਪਸ, ਐਕਸਪਲੇਨ ਐਨੀ 2 ਗੂਗਲ ਐਪਸ। ਤਾਂ ਇਹ ਤੁਹਾਡਾ ਹੋ ਗਿਆ। ਅੱਗੇ ਦੋਸਤੋ ਆਪਣਾ ਗੂਗਲ ਡਰਾਈਵ ਕੀ ਹੈ, ਗੂਗਲ ਡਰਾਈਵ ਦੇ ਵੱਖ-ਵੱਖ ਲਾਭ ਲਿਖੋ, ਯਾਨੀ ਕਿ ਵਟ ਇਜ਼ ਗੂਗਲ ਡਰਾਈਵ, ਰਾਈਟ ਦਾ ਵੇਰੀਅਸ ਬੈਨੀਫਿਟਸ ਆਫ ਗੂਗਲ ਡਰਾਈਵ। ਤਾਂ ਦੇਖੋ ਦੋਸਤੋ ਕੀ ਹੈ, ਗੂਗਲ ਡਰਾਈਵ ਗੂਗਲ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਇੱਕ ਮੁਫਤ ਸੇਵਾ ਹੈ। ਇਹ ਗੂਗਲ ਐਪ ਸਾਨੂੰ ਫਾਈਲਾਂ ਨੂੰ ਆਨਲਾਈਨ ਸਟੋਰ ਕਰਨ ਲਈ ਅਤੇ ਸ਼ੇਅਰ ਕਰਨ ਦੀ ਇਜਾਜ਼ਤ ਦਿੰਦਾ ਹੈ। ਡਾਟਾ ਸਟੋਰ ਕਰਨ ਲਈ ਗੂਗਲ ਹਰੇਕ ਅਕਾਊਂਟ ਨੂੰ 15 GB ਸਟੋਰੇਜ ਸਪੇਸ ਜਿਹੜਾ ਹੈਗਾ ਪ੍ਰਦਾਨ ਕਰਦਾ ਹੈ। ਇਹ ਐਪ ਦੀ ਵਰਤੋਂ ਕਰਨ ਲਈ ਸਾਡੇ ਕੋਲ ਇੱਕ ਗੂਗਲ ਅਕਾਊਂਟ ਹੋਣਾ ਚਾਹੀਦਾ ਹੈ। ਗੂਗਲ ਡਰਾਈਵ ਦੇ ਫਾਇਦੇ, ਅਸੀਂ ਆਨਲਾਈਨ ਡਰਾਈਵ 'ਤੇ ਆਪਣਾ ਡਾਟਾ ਸਟੋਰ ਕਰ ਸਕਦੇ ਹਾਂ। ਠੀਕ ਹੈ ਜੀ। ਦੂਸਰਾ, ਅਸੀਂ ਗੂਗਲ ਡਰਾਈਵ 'ਤੇ ਸਟੋਰ ਕੀਤੀਆਂ ਫਾਈਲਾਂ ਨੂੰ ਦੂਜੇ ਵਿਅਕਤੀਆਂ ਨਾਲ ਸ਼ੇਅਰ ਵੀ ਕਰ ਸਕਦੇ ਹਾਂ। ਅਸੀਂ ਗੂਗਲ ਡਰਾਈਵ 'ਤੇ ਸਟੋਰ ਕੀਤੀਆਂ ਆਪਣੀਆਂ ਫਾਈਲਾਂ ਨੂੰ ਕਿਤੇ ਵੀ ਦੇਖ ਸਕਦੇ ਹਾਂ।
ਗੂਗਲ ਡਰਾਈਵ ਆਸਾਨੀ ਨਾਲ ਫਾਈਲਾਂ ਲੱਭਣ ਲਈ ਇੱਕ ਬਿਲਟ ਇਨ ਸਰਚ ਇੰਜਨ ਪ੍ਰਦਾਨ ਕਰਦਾ ਹੈ। ਅਸੀਂ ਗੂਗਲ ਡਰਾਈਵ 'ਤੇ ਕਈ ਕਿਸਮ ਦੀਆਂ ਫਾਈਲਾਂ ਜਿਹੜਾ ਹੈਗਾ ਵਾ ਡੌਕਸ, XL, SX, PSD, JPG ਆਦਿ ਖੋਲ੍ਹ ਸਕਦੇ ਹਾਂ। ਇਹ ਸਾਰੀਆਂ ਸੁਵਿਧਾਵਾਂ ਗੂਗਲ ਦੁਆਰਾ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਦੋਸਤੋ ਆਹੀ ਜਿਹੜਾ ਪ੍ਰਸ਼ਨ ਆ ਇੰਗਲਿਸ਼ ਮੀਡੀਅਮ ਦੇ ਵਿੱਚ ਦੇਖ ਲਓ ਆਪਣਾ, ਠੀਕ ਹੈ, ਇੰਗਲਿਸ਼ ਮੀਡੀਅਮ ਵਾਲੇ ਵਿਦਿਆਰਥੀ ਕਿ ਵਟ ਇਜ਼ ਗੂਗਲ ਡਰਾਈਵ, ਰਾਈਟ ਵੇਰੀਅਸ ਬੈਨੀਫਿਟਸ ਆਫ ਗੂਗਲ ਡਰਾਈਵ। ਅੱਗੇ ਦੋਸਤੋ ਆਪਣਾ ਪ੍ਰਸ਼ਨ ਕੀ ਹੈ, ਚੰਗੀ ਗਵਰਨੈਂਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ। ਰਾਈਟ ਦਾ ਮੇਨ ਕਰੈਕਟਰਿਸਟਿਕਸ ਆਫ ਗੂਗਲ ਗਵਰਨੈਂਸ, ਸੌਰੀ ਗੁੱਡ ਗਵਰਨੈਂਸ, ਗੂਗਲ ਗਵਰਨੈਂਸ ਨਹੀਂ, ਗੁੱਡ ਗਵਰਨੈਂਸ। ਤਾਂ ਦੇਖੋ ਕੀ ਹੈ, ਚੰਗੇ ਗਵਰਨੈਂਸ ਦੀਆਂ ਕੁਝ ਮਹੱਤਵਪੂਰਨ ਵਿਸ਼ੇਸ਼ਤਾਵਾਂ ਹੇਠ ਦਿੱਤੀਆਂ ਹੋਈਆਂ ਹਨ। ਚੰਗੇ ਗਵਰਨੈਂਸ ਆਪਣੇ ਆਪ ਵਿੱਚ ਜਿਹੜੀ ਹੈਗੀਆਂ ਨੇ ਫੈਸਲਿਆਂ ਲਈ ਲੋਕਾਂ ਨੂੰ ਜਵਾਬਦੇਹ ਹੁੰਦਾ ਹੈ। ਚੰਗਾ ਗਵਰਨੈਂਸ ਜਿਹੜਾ ਹੈਗਾ ਪਾਰਦਰਸ਼ੀ ਤਰੀਕੇ ਨਾਲ ਕੰਮ ਕਰਦਾ ਹੈ। ਚੰਗਾ ਗਵਰਨੈਂਸ ਕਾਨੂੰਨ ਦੀ ਪਾਲਣਾ ਕਰਦਾ ਹੈ। ਚੰਗਾ ਗਵਰਨੈਂਸ ਹਮੇਸ਼ਾ ਲੋਕਾਂ ਨੂੰ ਜਿਹੜਾ ਹੈਗਾ ਵਾ ਲੋੜ ਨੂੰ ਸਮੇਂ ਸਿਰ ਜਿਹੜਾ ਹੈਗਾ ਲੋਕਾਂ ਦੀਆਂ ਲੋੜਾਂ ਨੂੰ ਸਮੇਂ ਸਿਰ ਅਤੇ ਉਚਿਤ ਢੰਗ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਚੰਗਾ ਗਵਰਨੈਂਸ ਉਪਲਬਧ ਸਰੋਤਾਂ ਦੀ ਵਧੀਆ ਤਰੀਕੇ ਨਾਲ ਵਰਤੋਂ ਕਰਦੇ ਹੋਏ ਫੈਸਲੇ ਨੂੰ ਲਾਗੂ ਕਰਨ ਵਿੱਚ ਕੁਸ਼ਲ ਹੁੰਦਾ ਹੈ। ਚੰਗੇ ਗਵਰਨੈਂਸ ਵਿੱਚ ਸਾਰੇ ਹੀ ਲੋਕਾਂ ਦੀ ਭਾਗੀਦਾਰੀ ਹੁੰਦੀ ਹੈ, ਭਾਵ ਲੋਕਾਂ ਨੂੰ ਸਰਕਾਰ ਦਾ ਫੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਦਾ ਹੈ। ਠੀਕ ਹੈ ਜੀ, ਤਾਂ ਇਹ ਤੁਹਾਡਾ ਆਨਸਰ ਹੋ ਗਿਆ। ਇਸੇ ਤਰ੍ਹਾਂ ਇੰਗਲਿਸ਼ ਮੀਡੀਅਮ ਵਾਲੇ ਆਪਣਾ ਦੇਖ ਲੈਣ, ਰਾਈਟ ਦਾ ਮੇਨ ਕਰੈਕਟਰਿਸਟਿਕਸ ਆਫ ਗੁੱਡ ਗਵਰਨੈਂਸ। ਤਾਂ ਇਹ ਤੁਹਾਡਾ ਜਿਹੜਾ ਹੈਗਾ ਇੰਗਲਿਸ਼ ਮੀਡੀਅਮ ਵਾਲਿਆਂ ਦਾ ਆਨਸਰ ਹੋ ਜਾਏਗਾ, ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ। ਅੱਗੇ ਦੋਸਤੋ ਆਪਣਾ ਪ੍ਰਸ਼ਨ, ਈ ਗਵਰਨੈਂਸ ਕੀ ਹੈ? ਈ ਗਵਰਨੈਂਸ ਦੀਆਂ 4 ਮਾਡਲ ਦੀਆਂ ਵਿਆਖਿਆ ਕਰੋ। ਠੀਕ ਹੈ ਜੀ, ਵਟ ਇਜ਼ ਜਿਹੜਾ ਹੈਗਾ ਵਾ ਈ ਗਵਰਨੈਂਸ, ਐਕਸਪਲੇਨ ਦਾ 4 ਮਾਡਲ ਆਫ ਈ ਗਵਰਨੈਂਸ। ਤਾਂ ਦੇਖੋ ਕੀ ਹੈ, ਈ ਗਵਰਨੈਂਸ ਦਾ ਅਰਥ ਹੈ ਦੋਸਤੋ ਇਲੈਕਟ੍ਰੋਨਿਕ ਗਵਰਨੈਂਸ। ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਰੇਂਜ ਅਤੇ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ICT ਦੀ ਵਰਤੋਂ ਕੀਤੀ ਜਾਂਦੀ ਹੈ। ਈ ਗਵਰਨੈਂਸ ਨੇ ਸਰਕਾਰ ਨੇ ਜਿਹੜਾ ਹੈਗਾ ਵਾ ਕੰਮਕਾਜ ਨੂੰ ਹੋਰ ਜਿਹੜਾ ਹੈਗਾ ਪਾਰਦਰਸ਼ੀ ਬਣਾਇਆ ਹੈ। ਈ ਗਵਰਨੈਂਸ ਦੇ ਮਾਡਲ ਤਾਂ ਗਵਰਨਮੈਂਟ ਟੂ ਸਿਟੀਜ਼ਨ, ਠੀਕ ਹੈ ਜੀ, ਤਾਂ ਇਹ ਜਿਹੜਾ ਹੈਗਾ ਮਾਡਲ ਉਹਨਾਂ ਸਰਕਾਰੀ ਸੇਵਾਵਾਂ ਨੂੰ ਦਰਸਾਉਂਦੀ ਹੈ ਜੋ ਨਾਗਰਿਕ ਦੁਆਰਾ ਵਰਤੀਆਂ ਜਾਂਦੀਆਂ ਹਨ। ਉਦਾਹਰਨ ਦੇ ਲਈ ਦੋਸਤੋ ਆਨਲਾਈਨ ਬਿੱਲਾਂ ਦਾ ਭੁਗਤਾਨ, ਆਨਲਾਈਨ ਪਾਸਪੋਰਟ ਰਜਿਸਟ੍ਰੇਸ਼ਨ ਆਦਿ। ਦੂਸਰਾ ਹੈਗਾ ਗਵਰਨਮੈਂਟ ਟੂ ਬਿਜ਼ਨਸ। ਇਹ ਮਾਡਲ ਦੋਸਤੋ ਉਹਨਾਂ ਸਰਕਾਰੀ ਸੇਵਾਵਾਂ ਨੂੰ ਦਰਸਾਉਂਦੀ ਹੈ ਜੋ ਕਾਰੋਬਾਰੀਆਂ ਦੁਆਰਾ ਵਰਤੀਆਂ ਜਾਂਦੀਆਂ ਹਨ। ਉਦਾਹਰਨ ਲਈ ਦੋਸਤੋ ਟੈਕਸ ਸੰਬੰਧੀ ਸੇਵਾਵਾਂ, ਬਿੱਲਾਂ ਦੀ ਪੇਮੈਂਟ ਆਦਿ। ਤੀਸਰਾ ਹੈਗਾ ਦੋਸਤੋ ਗਵਰਨਮੈਂਟ ਟੂ EMPLOYE। ਇਹ ਮਾਡਲ ਦੋਸਤੋ ਉਹਨਾਂ ਸਰਕਾਰੀ ਸੇਵਾਵਾਂ ਨੂੰ ਦਰਸਾਉਂਦੀ ਹੈ ਜੋ ਇਸ ਦੇ ਕਰਮਚਾਰੀ ਦੁਆਰਾ ਵਰਤੀਆਂ ਜਾਂਦੀਆਂ ਹਨ। ਉਦਾਹਰਨ ਲਈ ਦੋਸਤੋ ਕਰਮਚਾਰੀ ਕਿਸੇ ਵੀ ਕਿਸਮ ਦੇ ਨਿਯਮਾਂ ਸੰਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ। ਕਰਮਚਾਰੀ ਆਪਣੇ ਤਨਖਾਹ ਅਤੇ ਰਿਕਾਰਡ ਆਦਿ ਜਾਂਚ ਕਰ ਸਕਦੇ ਹਨ। ਚੌਥਾ ਹੈਗਾ ਦੋਸਤੋ ਗਵਰਨਮੈਂਟ ਟੂ ਗਵਰਨਮੈਂਟ। ਇਹ ਮਾਡਲ ਉਹਨਾਂ ਸਰਕਾਰੀ ਸੇਵਾਵਾਂ ਨੂੰ ਦਰਸਾਉਂਦੀ ਹੈ ਜੋ ਸਰਕਾਰ ਵਿਚਕਾਰ ਸਾਂਝੀਆਂ ਹੁੰਦੀਆਂ ਹਨ। ਉਦਾਹਰਨ ਲਈ ਦੋਸਤੋ ਵੱਖ-ਵੱਖ ਰਾਜਾਂ ਦੇ ਪੁਲਿਸ ਵਿਭਾਗਾਂ ਵਿਚਕਾਰ ਜਾਣਕਾਰੀ ਸਾਂਝੀ ਕਰਨਾ ਆਦਿ। ਤਾਂ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਗਿਆ। ਇੱਥੇ ਹੀ ਦੋਸਤੋ ਪੂਰਾ ਦਾ ਪੂਰਾ ਪੇਪਰ ਅਸੀਂ ਸੋਲਵ ਕਰ ਲਿਆ, ਜੋ ਕਿ ਕਲਾਸ 9th ਦਾ ਇਹ ਸਾਡੇ ਕੋਲ ਕੁਐਸਚਨ ਪੇਪਰ ਸੀਗਾ। ਠੀਕ ਹੈ ਜੀ, ਪੂਰਾ ਦਾ ਪੂਰਾ ਪੇਪਰ ਸੋਲਵ ਕਰਕੇ ਤੁਹਾਡੇ ਸਾਹਮਣੇ ਹਾਜ਼ਰ ਕਰ ਦਿੱਤਾ ਹੈ। ਠੀਕ ਹੈ ਜੀ, ਜੋ ਕਿ ਕਲਾਸ 9th ਦਾ ਕੰਪਿਊਟਰ ਦਾ ਕੁਐਸਚਨ ਪੇਪਰ ਪ੍ਰੀ ਬੋਰਡ ਐਗਜ਼ਾਮ 2024 ਦਾ ਸਾਡੇ ਕੋਲ ਪਹੁੰਚਿਆ ਸੀਗਾ। ਪੂਰਾ ਸੋਲੂਸ਼ਨ ਤੁਹਾਡੇ ਸਾਹਮਣੇ ਹਾਜ਼ਰ ਕਰ ਦਿੱਤਾ ਹੈ। ਤਾਂ ਦੋਸਤੋ ਆ ਸੀਗਾ ਤੁਹਾਡਾ ਕੰਪਿਊਟਰ ਦਾ। ਬਾਕੀ ਹੁਣ ਜਿਹੜਾ ਅਗਲਾ ਪੇਪਰ ਆਇਆ ਸੀ ਉਹਨੂੰ ਵੀ ਸੋਲਵ ਕਰਾਂਗੇ। ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ। ਓਕੇ ਦੋਸਤੋ, ਚਲੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ। ਬਾਕੀ ਤੁਹਾਡੀ ਕੋਈ ਕੁਐਰੀ ਹੈ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਹੋ। ਇੰਸਟਾਗ੍ਰਾਮ ਆਈਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਵਾ, ਤੁਸੀਂ ਉੱਥੇ ਮੈਨੂੰ ਮੈਸੇਜ ਕਰ ਸਕਦੇ ਹੋ। ਓਕੇ ਦੋਸਤੋ, ਚਲੋ ਠੀਕ ਹੈ ਜੀ।